ਜਿਹੜੀਆਂ ਨਵੀਆਂ ਇਮਾਰਤਾਂ ਹੁੰਦੀਆਂ ਉਹਨਾਂ ਨੂੰ ਬਣਾਉਣ 'ਚ ਤਾਂ ਬੜੇ ਉਤਸ਼ਾਹ ਹੁੰਦੇ, ਚਾਹ ਹੁੰਦੇ, ਲੇਕਿਨ ਜਦੋਂ ਇਹ ਢਹਿ ਢੇਰੀ ਹੋਏ ਦ੍ਰਿਸ਼, ਗੋਲੀਆਂ ਤੋਪਾਂ ਟੈਂਕ ਚੱਲੇ ਹੋਏ ਦ੍ਰਿਸ਼ ਜਦੋਂ ਬਣਾਉਣੇ ਸੀ ਤੇ ਮਨ ਬਹੁਤ ਉਦਾਸ ਵੀ ਹੁੰਦਾ ਤੇ ਭਾਵੁਕ ਵੀ ਹੋ ਜਾਂਦਾ। ਦਰਦ ਨੂੰ ਬਿਆਨ ਕਰਨ ਦੇ ਲਈ ਆਖਿਰ ਕਿੰਨਾ ਸਮਾਂ ਲੱਗਿਆ? ਵੀ ਜੇ ਨਵੀਂ ਇਮਾਰਤ ਬਣਾਉਣੀ ਤੁਸੀਂ ਕਿਹਾ ਚਾਹ ਹੁੰਦਾ, ਚਾਈ ਬੰਦਾ ਬਣਾ ਵੀ ਲੈਂਦਾ, ਪਰ ਇਹ ਦਰਦ ਨੂੰ ਜਿਹੜਾ ਬਿਆਨ ਕਰਨਾ, ਕਹਿੰਦੇ ਕਵੀ ਜਿਹੜੀ ਆਪਦੇ ਦਰਦ ਨੂੰ ਕਵਿਤਾ ਰਾਹੀਂ ਬਿਆਨ ਕਰਦਾ, ਇੱਕ ਆਰਟਿਸਟ ਚਿੱਤਰਕਾਰੀ ਕਰਦਾ, ਜੋ ਚਿੱਤਰਕਾਰ ਹੈ ਉਹ ਚਿੱਤਰਕਲਾ ਦੇ ਨਾਲ ਤੁਸੀਂ ਇਸ ਦਰਦ ਨੂੰ ਬਿਆਨ ਕੀਤਾ, ਕਿੰਨਾ ਸਮਾਂ ਲੱਗਿਆ? ਮਾਈਂਡ ਸੈੱਟ ਕਰਨਾ ਪੈਂਦਾ ਕਿ ਮੈਂ ਇਸ ਦਰਦ ਨੂੰ ਪੇਸ਼ ਕਰਨਾ ਤੇ ਪ੍ਰੋਪਰ ਡਿਟੇਲਸ ਜਿੰਨੀ ਵੱਧ ਤੋਂ ਵੱਧ ਹੋ ਸਕੇ ਮੇਰੇ ਕੋਲ ਹੋਣੀ ਚਾਹੀਦੀ ਹੈ। ਉਹਦੇ ਲਈ ਮੈਂ ਕਾਫੀ ਸਾਰੀਆਂ ਲਾਇਬ੍ਰੇਰੀਆਂ ਦੇ ਵਿੱਚ ਗਿਆ। ਸਾਰਾ ਪੇਪਰ ਦਾ ਬਣਿਆ ਹੋਇਆ? ਪੇਪਰ, ਪਲਾਸਟਿਕ ਤੇ ਫਾਈਬਰ ਦੀ ਇਹਦੇ ਵਿੱਚ ਵਰਤੋਂ ਕੀਤੀ ਗਈ ਹੈ, ਜਿਹਦੇ ਕਰਕੇ ਕਿ ਇਹ ਲੰਮੇ ਸਮੇਂ ਤਾਈਂ ਇਹਦੀ ਬੁਨਿਆਦ ਹੈਗੀ ਹੈ, ਤਾਂ ਕਿ ਜੇ 50 ਸਾਲ ਵੀ ਰੱਖਣਾ ਪਵੇ ਤੇ ਇਹਨੂੰ ਰੱਖ ਸਕਦੇ ਰੱਖਿਆ ਜਾ ਸਕਦਾ ਉਸ ਮਟੀਰੀਅਲ ਨਾਲ। ਜਿਵੇਂ ਗੁੰਬਦ ਡਿੱਗੇ ਹੋਏ ਨੇ ਜਾਂ ਅੱਗ ਦਾ ਜੋ ਦ੍ਰਿਸ਼ ਤੁਸੀਂ ਦਿਖਾਏ ਨੇ, ਗੋਲੇ ਵੱਜੇ ਹੋਏ ਨੇ, ਇੱਕ ਜਗ੍ਹਾ ਤੋਂ ਗੁੰਬਦ ਡਿੱਗੇ ਹੋਏ ਨੇ, ਇਹ ਕਿਵੇਂ ਜਿਹੜਾ ਸੰਭਵ ਸੀਗਾ? ਮੈਂ ਵੀ ਪੁੱਛਣਾ ਚਾਹੂੰਗਾ ਆਖਿਰ ਇਹ ਚੀਜ਼ਾਂ ਕਿਵੇਂ ਯੂਜ਼ ਹੈ ਤੇ ਕੀ ਯੂਜ਼ ਹੋਇਆ ਇੱਥੇ? ਇਹਦੇ ਵਿੱਚ ਹੀ ਕੁਝ ਜਿਵੇਂ ਲੱਕੜੀ ਦੇ ਬੁਰਾਦੇ ਜਾਂ ਇਸ ਤਰ੍ਹਾਂ ਦੇ ਸਪੈਸ਼ਲ ਮਟੀਰੀਅਲ ਹੁੰਦੇ ਜਿਨ੍ਹਾਂ ਨਾਲ ਕਿ ਇਹ ਪੁਰਪਰਾਪਨ ਵੀ ਨਾ ਹੋਵੇ ਤੇ ਡੈਮੇਜ ਜੋ ਦਿਖਾਉਣਾ ਸੀ ਅਸਲ ਦਾ ਉਹ ਇਫੈਕਟ ਆ ਰਿਹਾ, ਉਹ ਜਿਹੜਾ ਦਰਦ ਹੈ ਅਸਲ 'ਚ ਜੋ ਅੰਦਰੋਂ ਪ੍ਰਗਟ ਹੋਇਆ ਸੀਗਾ। ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸੇਵਾ ਲਈ ਕਿ ਮੇਰੇ ਅੰਦਰ ਡੂੰਘਾਈ ਦੇ ਵਿੱਚ ਉਤਰ ਕੇ ਮੈਂ ਇਹਦੀ ਸਾਰੀ ਸਟੱਡੀ ਕਰ ਸਕਿਆ। ਸਿੱਖ ਪੰਥ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਸਾਰੇ ਦੇ ਸਾਰੇ ਤਕਰੀਬਨ ਕਾਫੀ ਸਾਰੇ ਜਿਹੜੇ ਮਾਡਲ ਹੈ ਉਹਨਾਂ 'ਚੋਂ ਵਰਲਡ ਰਿਕਾਰਡ ਦੇ ਵਿੱਚ ਦਰਜ ਹੈ, ਨੈਸ਼ਨਲ ਰਿਕਾਰਡਸ ਬੁੱਕਾਂ ਦੇ ਵਿੱਚ ਦਰਜ ਹੈ, ਤੇ 17 ਦੇ ਕਰੀਬ ਵਰਲਡ ਰਿਕਾਰਡ ਨੇ ਤੇ 7 ਨੈਸ਼ਨਲ ਰਿਕਾਰਡ ਨੇ। ਹੋਰ ਵੀ ਵਿਸ਼ਵ ਪ੍ਰਸਿੱਧ ਜਿਹੜੀਆਂ ਬੁੱਕਾਂ ਨੇ ਜਾਂ ਸੰਸਥਾਵਾਂ ਨੇ ਉਹਨਾਂ ਵੱਲੋਂ ਮਾਣ ਸਤਿਕਾਰ ਮਿਲਦਾ ਹੈ। ਜੂਨ 84 ਦਾ ਘੱਲੂਘਾਰਾ ਨਾ ਭੁੱਲਣ ਯੋਗ ਹੈ। ਹਰ ਇੱਕ ਸਿੱਖ ਦਾ ਹਿਰਦਾ ਵਲੂੰਦਰਿਆ ਗਿਆ। ਜਿਸ ਤਰੀਕੇ ਦੇ ਨਾਲ ਭਾਰਤੀ ਫੌਜਾਂ ਨੇ ਹਮਲਾ ਕੀਤਾ ਸੀ ਸਿੱਖਾਂ ਦੇ ਹਿਰਦੇ, ਧਾਰਮਿਕ ਸਥਾਨ ਸ੍ਰੀ ਦਰਬਾਰ ਸਾਹਿਬ ਦੇ ਉੱਤੇ, ਤਾਂ ਹਰ ਇੱਕ ਸਿੱਖ ਦਾ ਹਿਰਦਾ ਵਲੂੰਦੜਿਆ ਗਿਆ ਸੀ। ਤਾਂ ਮੇਰੇ ਨਾਲ ਅੱਜ ਇੱਕ ਅਜਿਹੇ ਸ਼ਖਸ ਨੇ ਜਿਨ੍ਹਾਂ ਨੇ ਆਪਣੇ ਜਜ਼ਬਾਤ ਦਾ ਪ੍ਰਗਟਾਵਾ ਆਪਣੀ ਕਲਾ ਦੇ ਨਾਲ ਕੀਤਾ ਹੈ। ਪੇਪਰ ਆਰਟਿਸਟ ਨੇ, ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਦੇ ਨਾਂ ਨਾਲ ਜਾਣੇ ਜਾਂਦੇ ਨੇ। ਤਾਂ ਬਹੁਤ-ਬਹੁਤ ਸਵਾਗਤ ਹੈ ਗੁਰਪ੍ਰੀਤ ਜੀ ਪ੍ਰੋ ਪੰਜਾਬ ਟੀਵੀ। ਬਹੁਤ-ਬਹੁਤ ਧੰਨਵਾਦ ਜੀ ਆਪ ਜੀ ਦਾ। ਲੰਮੇ ਸਮੇਂ ਤੋਂ ਤੁਸੀਂ ਪੇਪਰ ਆਰਟਿਸਟ ਦੇ ਨਾਂ ਨਾਲ ਜਾਣੇ ਜਾਂਦੇ ਹੋ। ਪੇਪਰਸ ਦੇ ਮਾਡਲ ਜਿਹੜੇ ਆ ਤੁਸੀਂ ਬਣਾਉਂਦੇ ਹੋ। ਸ੍ਰੀ ਅਕਾਲ ਤਖਤ ਸਾਹਿਬ ਦਾ ਮਾਡਲ ਬਣਾਇਆ, ਇੱਥੇ ਨਾਲ ਸਾਡੇ ਪਿਆ ਵੀ ਹੋਇਆ। ਹਾਂਜੀ। ਇੱਕ ਸਿੰਪਲ ਇਮਾਰਤ ਦਾ ਮਾਡਲ ਬਣਾਉਣਾ ਤੇ ਢਹਿ ਢੇਰੀ ਇਮਾਰਤ ਦਾ ਮਾਡਲ ਬਣਾਉਣਾ, ਮੈਂ ਪੁੱਛਣਾ ਚਾਹੂੰਗਾ ਕਿੰਨੀ ਕੁ ਮੁਸ਼ੱਕਤ ਇਹਦੇ ਵਿੱਚ ਲੱਗੀ ਹੈ? ਬਿਲਕੁਲ ਜੀ, ਇਹਦੇ ਬਾਰੇ ਮੈਂ ਦੱਸਣਾ ਚਾਹੂੰਗਾ ਕਿ ਤਕਰੀਬਨ 20 ਸਾਲ ਤੋਂ ਮੈਂ ਇਸ ਕਲਾ ਦੇ ਨਾਲ ਜੁੜਿਆ ਹੋਇਆ, ਕਾਗਜ਼ ਦੀ ਕਲਾ ਦੇ ਨਾਲ। ਬਹੁਤ ਸਾਰੇ ਵਿਸ਼ਵ ਪ੍ਰਸਿੱਧ ਇਮਾਰਤਾਂ ਦੇ ਮਾਡਲ ਬਣਾਏ, ਧਾਰਮਿਕ ਸਥਾਨਾਂ ਦੇ ਮਾਡਲ ਬਣਾਏ, ਲੇਕਿਨ ਮੇਰੇ ਅੰਦਰ ਇੱਕ ਦਰਦ ਜੋ ਸ਼ੁਰੂ ਤੋਂ ਲੈ ਕੇ ਸੀਗਾ ਕਿ ਆਪਣੀ ਇਸ ਕਲਾ ਦੇ ਨਾਲ ਇਹ ਜੋ ਪੰਥ ਦਾ ਸਭ ਤੋਂ ਵੱਡਾ ਇੱਕ ਦਰਦ ਕਿਹਾ ਜਾ ਸਕਦਾ ਇਹਨੂੰ, ਹੈ ਨਾ, ਘੱਲੂਘਾਰਾ ਜੂਨ 1984, ਜਿਹੜਾ ਕਦੇ ਨਾ ਭੁੱਲਣ ਯੋਗ ਹੈ। ਤੇ ਇਸ ਦਰਦ ਨੂੰ ਮੇਰੇ ਦਿਲ ਦੀ ਤਾਂਘ ਸੀ ਕਿ ਆਪਣੀ ਕਲਾ ਰਾਹੀਂ ਸਮੁੱਚੀ ਦੇਸ਼ ਦੀ ਸੰਗਤਾਂ ਤਾਈਂ ਰੱਖ ਸਕਾਂ। ਤੇ ਉਸ ਦਰਦ ਨੂੰ ਮੈਂ ਪੇਸ਼ ਕੀਤਾ ਤੇ ਬਹੁਤ ਜ਼ਿਆਦਾ ਮਨ ਭਾਰੇ ਹੁੰਦਾ, ਭਾਵੁਕ ਹੋ ਜਾਂਦਾ, ਕਿਉਂਕਿ ਜਿਹੜੀਆਂ ਨਵੀਆਂ ਇਮਾਰਤਾਂ ਹੁੰਦੀਆਂ ਉਹਨਾਂ ਨੂੰ ਬਣਾਉਣ 'ਚ ਤਾਂ ਬੜੇ ਉਤਸ਼ਾਹ ਹੁੰਦੇ, ਚਾਹ ਹੁੰਦੇ, ਲੇਕਿਨ ਜਦੋਂ ਇਹ ਢਹਿ ਢੇਰੀ ਹੋਏ ਦ੍ਰਿਸ਼, ਗੋਲੀਆਂ ਤੋਪਾਂ ਟੈਂਕ ਚੱਲੇ ਹੋਏ ਦ੍ਰਿਸ਼ ਜਦੋਂ ਬਣਾਉਣੇ ਸੀ ਤੇ ਮਨ ਬਹੁਤ ਉਦਾਸ ਵੀ ਹੁੰਦਾ ਤੇ ਭਾਵੁਕ ਵੀ ਹੋ ਜਾਂਦਾ। ਤੇ ਉਹ ਦ੍ਰਿਸ਼ ਨੂੰ ਮੈਂ ਬਣਾ ਕੇ ਉਹਨਾਂ ਮਹਾਨ ਸ਼ਹੀਦਾਂ ਸਿੰਘਾਂ ਸਿੰਘਣੀਆਂ ਨੂੰ ਸ਼ਰਧਾਂਜਲੀ ਦਿੱਤੀ ਹੈ ਜਿਨ੍ਹਾਂ ਨੇ ਇੱਥੇ ਨਿਰਦੋਸ਼ਾਂ ਨੇ ਖੂਨ ਬਹਾਇਆ। ਤਾਂ ਕੀ ਜਿਸ ਤਰੀਕੇ ਦੇ ਨਾਲ ਇਹ ਮਾਡਲ ਬਣਾਇਆ ਗਿਆ, ਤੁਸੀਂ ਕਿਹਾ ਕਿ ਮੈਂ ਭਾਵੁਕ ਹੋ ਗਿਆ ਸੀ, ਉਹ ਦਰਦ ਸੀ, ਉਹ ਦਰਦ ਨੂੰ ਬਿਆਨ ਕਰਨ ਦੇ ਲਈ ਆਖਿਰ ਕਿੰਨਾ ਸਮਾਂ ਲੱਗਿਆ? ਵੀ ਜੇ ਨਵੀਂ ਇਮਾਰਤ ਬਣਾਉਣੀ ਤੁਸੀਂ ਕਿਹਾ ਚਾਹ ਹੁੰਦਾ, ਚਾਈ ਬੰਦਾ ਬਣਾ ਵੀ ਲੈਂਦਾ, ਪਰ ਇਹ ਦਰਦ ਨੂੰ ਜਿਹੜਾ ਬਿਆਨ ਕਰਨਾ, ਕਹਿੰਦੇ ਕਵੀ ਜਿਹੜੀ ਆਪਦੇ ਦਰਦ ਨੂੰ ਕਵਿਤਾ ਰਾਹੀਂ ਬਿਆਨ ਕਰਦਾ, ਇੱਕ ਆਰਟਿਸਟ ਚਿੱਤਰਕਾਰੀ ਕਰਦਾ, ਜੋ ਚਿੱਤਰਕਾਰ ਹੈ ਉਹ ਚਿੱਤਰਕਲਾ ਦੇ ਨਾਲ ਤੁਸੀਂ ਇਸ ਦਰਦ ਨੂੰ ਬਿਆਨ ਕੀਤਾ, ਕਿੰਨਾ ਸਮਾਂ ਲੱਗ ਗਿਆ?
ਇਹਨੂੰ ਪਹਿਲਾਂ ਤਾਂ ਸੋਚਣ ਵਿਚਾਰਨ ਲਈ ਇੱਕ ਮਾਈਂਡ ਸੈੱਟ ਕਰਨਾ ਪੈਂਦਾ ਕਿ ਮੈਂ ਇਸ ਦਰਦ ਨੂੰ ਪੇਸ਼ ਕਰਨਾ ਤੇ ਪ੍ਰੋਪਰ ਡਿਟੇਲਸ ਜਿੰਨੀ ਵੱਧ ਤੋਂ ਵੱਧ ਹੋ ਸਕੇ ਮੇਰੇ ਕੋਲ ਹੋਣੀ ਚਾਹੀਦੀ ਹੈ। ਉਹਦੇ ਲਈ ਮੈਂ ਕਾਫੀ ਸਾਰੀਆਂ ਲਾਇਬ੍ਰੇਰੀਆਂ ਦੇ ਵਿੱਚ ਗਿਆ। ਉਸ ਸਮੇਂ ਦੇ ਜਿਹੜੇ ਬਜ਼ੁਰਗ ਨੇ ਜਾਂ ਜਿਹੜੇ ਵਿਦਵਾਨ ਲੋਕ ਨੇ ਜਿਹੜੇ ਪ੍ਰੋਪਰ ਜਾਣਕਾਰੀ ਰੱਖਦੇ ਨੇ ਦਰਬਾਰ ਸਾਹਿਬ ਜੀ ਦੀ ਪਰਿਕਰਮਾ ਦੇ ਵਿੱਚ ਵੀ ਅਤੇ ਲਾਇਬ੍ਰੇਰੀਆਂ ਦੇ ਵਿੱਚ ਵੀ ਮੈਨੂੰ ਜਾ ਕੇ ਕਾਫੀ ਵਿਚਰਨਾ ਪਿਆ। ਉਸ ਤੋਂ ਬਾਅਦ ਫਿਰ ਮੈਂ ਇਹਦੀ ਸਟੱਡੀ ਕਰਕੇ ਤੇ ਮਾਡਲ ਬਣਾਉਣਾ ਸ਼ੁਰੂ ਕੀਤਾ। ਤਕਰੀਬਨ 1 ਮਹੀਨੇ ਦਾ ਮੈਨੂੰ ਸਮਾਂ ਲੱਗਿਆ, ਰੋਜ਼ 7-8 ਘੰਟੇ ਰੋਜ਼ ਦੇ ਕੇ। ਉਸ ਤੋਂ ਬਾਅਦ ਇਹ ਇਮਾਰਤ ਤਿਆਰ ਹੋਈ। ਸਾਰਾ ਪੇਪਰ ਦਾ ਬਣਿਆ ਹੋਇਆ? ਪੇਪਰ, ਪਲਾਸਟਿਕ ਤੇ ਫਾਈਬਰ ਦੀ ਇਹਦੇ ਵਿੱਚ ਵਰਤੋਂ ਕੀਤੀ ਗਈ ਹੈ, ਜਿਹਦੇ ਕਰਕੇ ਕਿ ਇਹ ਲੰਮੇ ਸਮੇਂ ਤਾਈਂ ਇਹਦੀ ਬੁਨਿਆਦ ਹੈਗੀ ਹੈ, ਤਾਂ ਕਿ ਜੇ 50 ਸਾਲ ਵੀ ਰੱਖਣਾ ਪਵੇ ਤੇ ਇਹਨੂੰ ਰੱਖ ਸਕਦੇ ਰੱਖਿਆ ਜਾ ਸਕਦਾ ਉਸ ਮਟੀਰੀਅਲ ਨਾਲ। ਤਾਂ ਇੱਕ ਮੈਂ ਵੀ ਪੁੱਛਣਾ ਚਾਹੂੰਗਾ, ਜਿਸ ਤਰੀਕੇ ਨਾਲ ਤੁਸੀਂ ਕਲਾ ਜਿਹੜੀ ਇਹ ਕੀਤੀ ਹੋਈ ਆ, ਢਹਿ ਢੇਰੀ ਇਮਾਰਤ ਸ੍ਰੀ ਅਕਾਲ ਤਖਤ ਸਾਹਿਬ ਦੀ ਬਣਾਈ ਆ, ਜਿਵੇਂ ਗੁੰਬਦ ਡਿੱਗੇ ਹੋਏ ਨੇ ਜਾਂ ਅੱਗ ਦਾ ਜੋ ਦ੍ਰਿਸ਼ ਤੁਸੀਂ ਦਿਖਾਏ ਨੇ, ਗੋਲੇ ਵੱਜੇ ਹੋਏ ਨੇ, ਇੱਕ ਜਗ੍ਹਾ ਤੋਂ ਗੁੰਬਦ ਡਿੱਗੇ ਹੋਏ ਨੇ, ਇਹ ਕਿਵੇਂ ਜਿਹੜਾ ਸੰਭਵ ਸੀਗਾ? ਮੈਂ ਵੀ ਪੁੱਛਣਾ ਚਾਹੂੰਗਾ ਆਖਰ ਇਹ ਚੀਜ਼ਾਂ ਕਿਵੇਂ ਯੂਜ਼ ਹੈ ਇੱਥੇ, ਕੀ ਯੂਜ਼ ਹੋਇਆ ਇੱਥੇ? ਇਹਦੇ ਵਿੱਚ ਜੀ ਕੁਝ ਜਿਵੇਂ ਲੱਕੜੀ ਦੇ ਬੁਰਾਦੇ ਜਾਂ ਇਸ ਤਰ੍ਹਾਂ ਦੇ ਸਪੈਸ਼ਲ ਮਟੀਰੀਅਲ ਹੁੰਦੇ ਜਿਨ੍ਹਾਂ ਨਾਲ ਕਿ ਇਹ ਭੁਰਭੁਰਾਪਨ ਵੀ ਨਾ ਹੋਵੇ ਤੇ ਡੈਮੇਜ ਜੋ ਦਿਖਾਉਣਾ ਸੀ ਅਸਲ ਦਾ ਉਹ ਇਫੈਕਟ ਆ ਰਿਹਾ। ਉਹ ਜਿਹੜਾ ਦਰਦ ਹੈ ਅਸਲ 'ਚ ਜੋ ਅੰਦਰੋਂ ਪ੍ਰਗਟ ਹੋਇਆ ਸੀਗਾ, ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸੇਵਾ ਲਈ ਕਿ ਮੇਰੇ ਅੰਦਰ ਡੂੰਘਾ ਇਹਦੇ ਵਿੱਚ ਉਤਰ ਕੇ ਮੈਂ ਇਹਦੀ ਸਾਰੀ ਸਟੱਡੀ ਕਰ ਸਕਿਆ। ਵਾਹਿਗੁਰੂ ਦੀ ਬਖਸ਼ਿਸ਼ ਸਦਕਾ ਜੇ ਹੂਬਹੂ ਜਿਹੜਾ ਰੂਪ ਹੈਗਾ ਅੱਜ ਢਹਿ ਢੇਰੀ, ਹਾਲਾਂਕਿ ਬੜੀ ਖੁਸ਼ੀ ਨਾਲ ਨਹੀਂ ਇਹਨੂੰ ਕਹਿ ਸਕਦੇ ਕਿ ਮੈਂ ਬੜੇ ਚਾਵਾਂ ਨਾਲ ਬਣਾਇਆ, ਲੇਕਿਨ ਮੇਰੇ ਅੰਦਰ ਦਾ ਇੱਕ ਹਿਰਦੇ ਦਾ ਦਰਦ ਸੀ, ਸਾਰੀ ਕੌਮ ਦਾ ਵੀ ਦਰਦ ਹੈ, ਤੇ ਮੈਂ ਦੇਸ਼ ਦੇਸ਼ ਦੀਆਂ ਸੰਗਤਾਂ ਦੇ ਸਨਮੁਖ ਇਹਨੂੰ ਰੱਖਿਆ। ਸੰਗਤਾਂ ਬਹੁਤ ਅਦਬ ਸਤਿਕਾਰ ਬਖਸ਼ਦੀਆਂ ਨੇ ਇਸ ਮਾਡਲ ਨੂੰ ਬਣਾਉਣ ਕਰਕੇ। ਚਾਅ ਤਾਂ ਨਹੀਂ, ਤੁਸੀਂ ਕਿਹਾ ਮੈਨੂੰ ਸੀਗਾ, ਦਰਦ ਸੀਗਾ, ਪਰ ਦਰਦ ਨੂੰ ਵੀ ਜਿਹੜਾ ਸੰਗਤਾਂ ਪਿਆਰ ਬਖਸ਼ ਰਹੀਆਂ ਨੇ, ਜਿਸ ਤਰੀਕੇ ਦੇ ਨਾਲ ਤੁਸੀਂ ਬਣਾਇਆ ਇਸ ਨੂੰ, ਇੰਨੀ ਪਿਆਰ ਦੇ ਨਾਲ, ਇੰਨੇ ਦਰਦ ਦੇ ਨਾਲ ਆਪਦੇ ਜਜ਼ਬਾਤ ਜੋ ਨੇ ਬਿਆਨ ਕੀਤੇ ਨੇ। ਖੂਨ ਦੇ ਛਿੱਟੇ ਵੀ ਇੱਥੇ ਪਏ ਹੋਏ ਨੇ, ਖੂਨ ਦੇ ਛਿੱਟਿਆਂ ਦੇ ਲਈ ਕੀ ਵਰਤਿਆ ਗਿਆ? ਖੂਨ ਦੇ ਛਿੱਟਿਆਂ ਲਈ ਸਪੈਸ਼ਲ ਕੁਝ ਕਲਰ ਮਿਕਸਿੰਗ ਕਰਕੇ ਵਰਤੇ ਜਾਂਦੇ ਨੇ, ਕਿਉਂਕਿ ਖੂਨ ਦੇ ਛਿੱਟੇ ਇੱਥੇ ਦਿਖਾਉਣੇ ਇਸ ਕਰਕੇ ਜ਼ਰੂਰੀ ਸੀ ਕਿਉਂਕਿ ਇੱਥੇ ਕੁਝ ਮਹੀਨਿਆਂ ਦੇ ਬੱਚਿਆਂ ਤੋਂ ਲੈ ਕੇ ਵੀ ਖੂਨ ਵਹੇ ਸੀਗੇ। ਕਿਉਂਕਿ ਛੋਟਾ ਜਿਹਾ ਬੱਚਾ ਕੁਝ ਮਹੀਨਿਆਂ ਦਾ, ਉਹਦਾ ਕੀ ਕਸੂਰ ਹੈ? ਉਹਨਾਂ ਨੇ ਵੀ ਸ਼ਹਾਦਤਾਂ ਪਾਈਆਂ, ਬਜ਼ੁਰਗਾਂ ਨੇ, ਮਾਤਾਵਾਂ ਨੇ, ਬੱਚਿਆਂ ਨੇ, ਨੌਜਵਾਨਾਂ ਨੇ ਵੀ ਸ਼ਹਾਦਤਾਂ ਪਾਈਆਂ ਇੱਥੇ। ਉਹ ਜਿਹੜਾ ਦਰਦ ਸੀਗਾ ਇਮਾਰਤ ਢਹਿ ਢੇਰੀ ਹੋਈ ਦੇ ਸਾਹਮਣੇ, ਖੂਨ ਦਾ ਦ੍ਰਿਸ਼ ਜਿਹੜਾ ਕੁਝ ਕਲਰ ਨੂੰ ਮਿਕਸਿੰਗ ਕਰਕੇ ਫਿਰ ਮੈਂ ਉਤਰਾ ਹੀ ਉਹ ਜਿਵੇਂ ਛਿੱਟਾ ਡੁੱਲਿਆ ਹੁੰਦਾ ਖੂਨ ਦਾ, ਉਹ ਇਫੈਕਟ ਦਿਖਾਇਆ। ਤੁਸੀਂ ਕਿਹਾ ਕਿ ਸੰਗਤਾਂ ਨੇ ਕਾਫੀ ਪ੍ਰੇਮ ਦਿੱਤਾ, ਕਿੱਥੋਂ ਜਿਹੜਾ ਇਹ ਦੇਖਿਆ ਗਿਆ ਮਾਡਲ, ਇਹ ਮੈਂ ਪੁੱਛਣਾ ਚਾਹੂੰਗਾ ਕਿਹੜੀਆਂ ਸੰਗਤਾਂ, ਕਿੱਥੋਂ ਦੀਆਂ ਸੰਗਤਾਂ ਨੇ ਮਾਡਲ ਦੇਖਿਆ? ਤੁਸੀਂ ਆਊਟ ਆਫ ਕੈਮਰਾ ਆਪਾਂ ਗੱਲ ਕਰ ਰਹੇ ਸੀ ਕਿ ਮਾਡਲ ਹੋਰ ਵੀ ਕਹਿ ਰਹੇ ਆ, ਸੰਗਤਾਂ ਕਹਿ ਰਹੀਆਂ ਕਿ ਮਾਡਲ ਸਾਨੂੰ ਵੀ ਬਣਾ ਕੇ ਭੇਜੋ। ਹਾਂਜੀ, ਕਾਫੀ ਸਾਰੀਆਂ ਕੰਟਰੀਆਂ ਦੇ ਵਿੱਚ, ਜਿਵੇਂ ਕਿ ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ ਜਾਂ ਫਰਾਂਸ ਦੇ ਵਿੱਚ ਇੱਕ ਮਿਊਜ਼ੀਅਮ ਹੈਗਾ ਉੱਥੇ ਬੋਬੀਨੀ ਦੇ ਵਿੱਚ, ਉੱਥੇ ਵੀ ਸੁਸ਼ੋਭਿਤ ਹੈ। ਕਾਫੀ ਸਾਰੀਆਂ ਸੰਗਤਾਂ ਹੋਰ ਵੀ ਡਿਮਾਂਡ, ਜਿੱਥੇ ਹੁਕਮ ਲੱਗਦਾ ਸੰਗਤਾਂ ਦਾ ਤੇ ਸਿਰ ਮੱਥੇ ਲੈ ਕੇ ਉੱਥੇ ਮਾਡਲ ਭੇਜੀ ਦੇ ਨਾਲ ਸਮੁੱਚਾ ਇਤਿਹਾਸ ਆਡੀਓ ਦੇ ਰੂਪ ਦੇ ਵਿੱਚ ਵੀ ਜਾਂ ਲਿਖਤ ਦੇ ਰੂਪ ਦੇ ਵਿੱਚ ਵੀ ਨਾਲ ਭੇਜੀਦਾ, ਤਾਂ ਕਿ ਸਾਡੇ ਯੂਥ, ਸਾਡੀ ਜਨਰੇਸ਼ਨ ਇਸ ਚੀਜ਼ ਨੂੰ ਅਨੁਭਵ ਕਰ ਸਕੇ ਕਿ ਸਾਡੇ ਨਾਲ ਕੀ ਸਾਕਾ ਵਾ, ਕੀ ਲੱਗਦਾ ਹੈ। ਕਿਉਂਕਿ ਕਿਤਾਬੀ ਰੂਪ ਕਿਹਾ ਜਾਂਦਾ ਵੀ ਜਿਹੜਾ ਅੱਜ ਦਾ ਨੌਜਵਾਨ ਆ, ਅੱਜ ਦੀ ਨੌਜਵਾਨ ਪੀੜ੍ਹੀ ਆ, ਉਹ ਲਿਟਰੇਚਰ ਘੱਟ ਪੜ੍ਹਦੀ ਆ। ਸੋ ਇਹ ਕਿਤੇ ਨਾ ਕਿਤੇ ਇੱਕ ਸਿੰਬੋਲਿਕ ਉਸ ਸਮੇਂ ਦੀ ਇਮਾਰਤ ਆਪਾਂ ਕਹਿ ਸਕਦੇ ਹਾਂ ਵੀ ਉਸ ਸਮੇਂ ਦੇ ਜਿਹੜੇ ਢੱਠੇ ਹੋਏ ਅਕਾਲ ਤਖਤ ਸਾਹਿਬ ਦੀ ਜੋ ਇਮਾਰਤ ਆ, ਭਾਰਤੀ ਫੌਜਾਂ ਨੇ ਜੋ ਢਾਹ ਦਿੱਤਾ ਸੀ ਜਦੋਂ ਅਸਾਮੀ ਜੰਗ ਸਿੰਘਾਂ ਤੇ ਫੌਜ ਦੇ ਦਰਮਿਆਨ ਲੱਗੀ, ਇੱਕ ਸਿੰਬਲ ਆ ਕਿਤੇ ਨਾ ਕਿਤੇ ਵੀ ਯੂਥ ਨੂੰ ਪ੍ਰੇਰਿਤ ਕਰਦਾ, ਜਾਂ ਸਾਡੀ ਪੀੜ੍ਹੀ ਨੂੰ, ਨੌਜਵਾਨੀ ਪੀੜ੍ਹੀ ਨੂੰ, ਜਾਂ ਸਾਨੂੰ ਸਭ ਨੂੰ, ਸਿੱਖ ਕੌਮ ਨੂੰ ਜਿਹੜਾ ਕਹਿ ਲਈਏ ਵੀ ਪ੍ਰੇਰਿਤ ਕਰਦਾ ਵੀ ਉਸ ਸਮੇਂ ਦਾ ਮਾਡਲ ਆ। ਕਿਉਂਕਿ ਲਿਟਰੇਚਰ ਲੋਕ ਅੱਜ ਕੱਲ੍ਹ ਘੱਟ ਪੜ੍ਹਦੇ, ਬੱਚੇ ਅੱਜ ਕੱਲ੍ਹ ਘੱਟ ਪੜ੍ਹਦੇ ਆ। ਬਿਲਕੁਲ ਜੀ, ਇਹ ਕਿਤੇ ਨਾ ਕਿਤੇ ਆਪਣੇ ਆਪ 'ਚ ਜਿਹੜੀ ਕਲਾ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਬਖਸ਼ੀ ਹੈ, ਜਿਸ ਤਰ੍ਹਾਂ ਆਪ ਜੀ ਨੂੰ ਮੈਂ ਹੁਣੇ ਦੱਸ ਰਿਹਾ ਸੀਗਾ ਕਿ 10 ਪਾਤਸ਼ਾਹਾਂ ਦੇ ਜਨਮ ਸਥਾਨਾਂ ਦੇ ਮਾਡਲ ਵੀ ਬਣਾਏ ਨੇ, 5 ਤਖਤ ਸਾਹਿਬਾਨਾਂ ਦੇ, ਤੇ ਜਿੱਥੇ ਵੀ ਜਾ ਕੇ ਐਗਜੀਬਿਸ਼ਨ ਲਾਈ ਦੀ ਹੈ ਜਾਂ ਖੁਦ ਭੇਜੀ ਦੇ ਹੈ, ਤਾਂ ਬਹੁਤ ਲੋਕ ਕਿਤੇ ਨਾ ਕਿਤੇ ਜਿੱਥੇ ਗੁਰੂ ਸਾਹਿਬਾਂ ਦਾ ਇਤਿਹਾਸ ਜਾਣਦੇ ਹੈ ਜਾਂ ਉਹਨਾਂ ਦੇ ਜੋ ਪੁਰਾਤਨ ਇਤਿਹਾਸ ਹੈ ਜਾਂ ਕਿਹੜੇ ਸਥਾਨ ਤੇ ਇਹ ਸਥਾਨ ਨੇ, ਉਹਨਾਂ ਦੀ ਜਾਣਕਾਰੀ ਮਿਲਦੀ ਹੈ। ਉਹਦੇ ਨਾਲ ਹੀ ਮੈਂ ਦੱਸ ਦੇਵਾਂ ਕਿ ਇਹ ਜੋ ਪਵਿੱਤਰ ਸਥਾਨ ਦਾ ਢਹਿ ਢੇਰੀ ਹੋਇਆ ਮਾਡਲ, ਇੱਕ ਵਾਰੀ ਮੈਂ ਫਰਾਂਸ ਦੇ ਵਿੱਚ ਜਦੋਂ ਲੈ ਕੇ ਗਿਆ, ਐਗਜੀਬਿਸ਼ਨ ਲਾਈ ਸੀ, ਤੇ ਛੋਟੇ ਜਿਹੇ ਬੱਚੇ ਨੇ ਮੈਨੂੰ ਸਵਾਲ ਕੀਤਾ ਸੀ, ਅੱਜ ਵੀ ਮੈਨੂੰ ਯਾਦ ਹੈ। 8-9 ਸਾਲ ਦੇ ਬੱਚੇ ਨੇ ਪੁੱਛਿਆ, ਅੰਕਲ ਜੀ ਇਹ ਕੀ ਹੈ? ਇਹ ਢੱਠੀ ਹੋਈ ਤੁਸੀਂ ਇਮਾਰਤ ਦਾ ਕੀ ਮਾਡਲ ਬਣਾਇਆ? ਤੇ ਉਸ ਵੇਲੇ ਮੈਂ ਉਹਨਾਂ ਨੂੰ ਬੋਲਿਆ ਵੀ ਇਹ ਜੋ ਹੈ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਦਰਬਾਰ ਸਾਹਿਬ ਜੀ ਦੇ ਬਿਲਕੁਲ ਓਪੋਜਿਟ ਹੈ। ਇਸ ਤਰ੍ਹਾਂ ਕਰਕੇ ਕੋਈ ਭਾਣਾ ਵਾਪਰਿਆ ਸੀ ਤੇ ਉਹਨਾਂ ਨੇ ਆਪਣੇ ਪਿਤਾ ਜੀ ਤੋਂ ਜ਼ਿਆਦਾ ਜਾਣਨਾ ਚਾਹਿਆ, ਉਹ ਸਹਿਮ ਗਏ ਥੋੜਾ ਦੇਖ ਕੇ, ਇਸ ਦ੍ਰਿਸ਼ ਨੂੰ ਦੇਖ ਕੇ।
ਉਹਨਾਂ ਦੇ ਪਿਤਾ ਜੀ ਨੇ ਜਦੋਂ ਉਹਨਾਂ ਨੂੰ ਇਹ ਦ੍ਰਿਸ਼ ਦੱਸਿਆ ਸੀਗਾ ਕਿ ਬੇਟਾ ਡਿਟੇਲ ਦੇ ਵਿੱਚ ਦੱਸਿਆ, ਕਿਉਂਕਿ ਉੱਥੋਂ ਦੇ ਬੱਚੇ ਜੰਮਪਲ ਸੀਗੇ, ਉਹਨਾਂ ਨੂੰ ਫ੍ਰੈਂਚ ਜ਼ਿਆਦਾ ਸਮਝ ਆਉਂਦੀ ਸੀ, ਪੰਜਾਬੀ ਨਹੀਂ ਸਮਝ ਆ ਰਹੀ ਸੀ। ਉਹਨਾਂ ਨੇ ਜਦੋਂ ਸਮਝਾਇਆ ਤੇ ਉਹ ਬੱਚੇ ਦੀ ਅੱਖਾਂ 'ਚ ਅਥਰੂ ਸੀ। ਤੇ ਅਸੀਂ ਕਿਤੇ ਨਾ ਕਿਤੇ ਸ਼ੁਕਰ ਮਨਾਉਂਦੇ ਹਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਕਿ ਗੁਰੂ ਸਾਹਿਬ ਜੀ ਨੇ ਇਹ ਕਲਾ ਬਖਸ਼ੀ ਹੈ ਜਿਹੜੀ ਕਿ ਕਿਸੇ ਨੂੰ ਇਤਿਹਾਸ ਦੇ ਨਾਲ ਜੋੜਦੀ ਹੈ। ਤਾਂ ਇਹ ਵੀ ਇੱਕ ਸੇਵਾ ਕਹੀ ਜਾ ਸਕਦੀ ਹੈ, ਕਿਉਂਕਿ ਸਿੱਖ ਵਿਦਵਾਨਾਂ ਦੀ ਜੇ ਗੱਲ ਕਰ ਲਈਏ, ਉਹ ਲਿਖ ਕੇ ਜੋ ਕੌਮ ਦਾ ਦਰਦ ਆ, ਕੌਮ ਦਾ ਚਾਹੇ ਜਿਸ ਤਰੀਕੇ ਦੇ ਨਾਲ ਵਿਦਵਾਨ ਜੋ ਲਿਖਦੇ ਨੇ, ਵਿਦਵਾਨ ਰੂਪ ਰੇਖਾ ਲਿਖਦੇ ਨੇ, ਵਿਦਵਾਨ ਲਿਖਦੇ ਨੇ ਕੀ ਹੋਇਆ ਸੀ, ਕੀ ਹੋਣਾ। ਕੌਮਾਂ ਵਿਦਵਾਨਾਂ ਦਾ ਕਿਹਾ ਜਾਂਦਾ ਹੈ ਕਿ ਰੂਪ ਰੇਖਾ ਲਿਖਦੇ ਨੇ ਕੌਮਾਂ ਦੀ, ਤੇ ਜਿਸ ਤਰੀਕੇ ਨਾਲ ਤੁਸੀਂ ਸੇਵਾ ਨਿਭਾ ਰਹੇ ਹੋ ਵੀ ਇੱਕ ਸੇਵਾ ਹੀ ਬਿਲਕੁਲ ਕਹੀ ਜਾ ਸਕਦੀ ਹੈ। ਗੁਰੂ ਰਾਮਦਾਸ ਪਾਤਸ਼ਾਹ ਕੀ ਮੈਂ ਅੱਜ ਵੀ ਹੀ ਅਰਦਾਸ ਕਰਦਾ ਹਾਂ ਆਪ ਜੀ ਦੇ ਚੈਨਲ ਰਾਹੀਂ ਵੀ ਕਿ ਇਸੇ ਤਰ੍ਹਾਂ ਸੇਵਾਵਾਂ ਲੈਂਦੇ ਰਹਿਣ, ਕਿਉਂਕਿ ਜਿੱਥੇ ਇਸ ਤਰ੍ਹਾਂ ਦੇ ਜਿਹੜੇ ਸਾਡੇ ਸਾਕਿਆਂ ਨੂੰ ਬਿਆਨ ਦੇ ਜਿਹੜੇ ਮਾਡਲ ਤਿਆਰ ਕੀਤੇ ਨੇ, ਉਹਦੇ ਨਾਲ ਕਾਫੀ ਪਾਕਿਸਤਾਨ ਜੀ ਦੇ ਜਿਹੜੇ ਵਿਛੜੇ ਗੁਰਧਾਮ ਹੈ, ਜਿੱਦੋਂ ਖਾਲਸਾ ਪੰਥ ਵਿਛੜਿਆ ਹੋਇਆ ਹੈ, ਜਿਸ ਤਰ੍ਹਾਂ ਸ੍ਰੀ ਪੰਜਾ ਸਾਹਿਬ, ਸ੍ਰੀ ਨਨਕਾਣਾ ਸਾਹਿਬ, ਉਹ ਮਾਡਲ ਵੀ ਤੁਸੀਂ ਸ੍ਰੀ ਕਰਤਾਰਪੁਰ ਸਾਹਿਬ, ਬਿਲਕੁਲ ਜੀ, ਇਹ ਵੀ ਮਾਡਲ ਤਿਆਰ ਕੀਤੇ ਨੇ। ਚੂਨਾ ਮੰਡੀ ਸਾਹਿਬ ਲਾਹੌਰ, ਜਿਹੜਾ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਜਨਮ ਸਥਾਨ ਹੈ, ਇਸ ਤਰ੍ਹਾਂ ਦੇ ਮਾਡਲ ਵੀ ਬਣਾਏ ਨੇ। ਤੇ ਬੜੇ ਲੋਕ ਭਾਵਕ ਹੋ ਜਾਂਦੇ ਨੇ ਇਹਨਾਂ ਨੂੰ ਦੇਖਦੇ ਆ ਕਿ ਜਿਹੜੇ ਸਥਾਨਾਂ ਤੇ ਅਸੀਂ ਖੁੱਲੇ ਦਰਸ਼ਨ ਦੀਦਾਰੇ ਇੱਕ ਹਿਸਾਬ ਨਾਲ ਸੰਗਤਾਂ ਨਹੀਂ ਕਰ ਸਕਦੀਆਂ, ਤੁਸੀਂ ਉਹ ਸੰਗਤਾਂ ਨੂੰ ਇੱਕ ਦ੍ਰਿਸ਼ ਦਿਖਾ ਕੇ ਉਹ ਪੁਰਾਣੀਆਂ ਜੋ ਯਾਦਾਂ, ਜਿਹੜੇ ਪੁਰਾਣੇ ਪਿਛੋਕੜ ਲੋਕ ਪਾਕਿਸਤਾਨ 'ਚ ਰਹਿੰਦੇ ਸੀ, ਤੇ ਬੜੇ ਪ੍ਰਭਾਵਿਤ ਹੁੰਦੇ ਨੇ ਦੇਖ। ਤਾਂ ਇਸ ਦੇ ਨਾਲ ਹੀ ਮੈਂ ਵੀ ਪੁੱਛਣਾ ਚਾਹੂੰਗਾ, ਤੁਸੀਂ ਹੋਰ ਕਾਫੀ ਮਾਡਲ ਬਣਾਏ ਹੋਏ ਨੇ, ਔਰ ਗੁਰੂ ਧਾਮਾਂ ਦੇ ਮਾਡਲ ਵੀ ਬਣਾਏ ਹੋਏ ਨੇ, ਤੇ ਹੋਰ ਵੀ ਦੁਨੀਆ ਦੀਆਂ ਵੱਖ-ਵੱਖ ਵੱਡੀਆਂ ਇਮਾਰਤਾਂ ਦੇ ਮਾਡਲ ਵੀ ਬਣਾਏ ਹੋਏ ਨੇ। ਹੁਣ ਤੱਕ ਕਿੰਨੇ ਕੁ ਅਵਾਰਡ ਤੁਹਾਨੂੰ ਮਿਲ ਚੁੱਕੇ ਨੇ? ਵਰਲਡ ਜਿਹੜਾ ਆ ਰਿਕਾਰਡ ਵੀ ਤੁਸੀਂ ਬਣਾਏ ਨੇ, ਮੈਂ ਪਿੱਛੇ ਵੀ ਤੁਹਾਡੀ ਵਾਲ ਤੇ ਦੇਖ ਰਿਹਾ ਕਿ ਲਿਮਕਾ ਬੁੱਕ ਆਫ ਰਿਕਾਰਡਸ, ਹੋਰ ਵੀ ਕਾਫੀ ਅਵਾਰਡ ਲੱਗੇ ਹੋਏ ਨੇ। ਹਾਂਜੀ, ਕਿਉਂਕਿ ਗੁਰੂ ਸਾਹਿਬ ਨੇ ਕਿਰਪਾ ਕੀਤੀ, ਸਾਨੂੰ 2012 ਤੋਂ ਲੈ ਕੇ ਅਵਾਰਡਸ ਦਾ ਸਿਲਸਿਲਾ ਸ਼ੁਰੂ ਹੋਇਆ। 1 ਇੰਚ ਦੀ ਇੱਕ ਦਸਤਾਰ ਦਾ ਆਪਾਂ ਮਾਡਲ ਤਿਆਰ ਕੀਤਾ ਸੀ ਸਨ 2009 ਦੇ ਵਿੱਚ, ਲੇਕਿਨ ਉਹਨੂੰ ਅਵਾਰਡ ਮਿਲਿਆ ਸੀਗਾ 2012 ਦੇ ਵਿੱਚ। ਇੰਡੀਆ ਬੁੱਕ ਆਫ ਰਿਕਾਰਡ ਨੈਸ਼ਨਲ ਰਿਕਾਰਡ ਮਿਲਿਆ ਸੀ, ਟੌਪ 120 ਟੈਲੈਂਟ ਆਫ ਇੰਡੀਆ ਦਾ ਅਵਾਰਡ ਮਿਲਿਆ ਸੀਗਾ ਕਿ ਦੁਨੀਆ ਦੀ ਸਭ ਤੋਂ ਛੋਟੀ 1 ਇੰਚ ਦੀ ਦਸਤਾਰ ਬਣਾਉਣ ਕਰਕੇ। ਉਸ ਤੋਂ ਬਾਅਦ ਫਿਰ ਅਵਾਰਡਾਂ ਦਾ ਸਿਲਸਿਲਾ ਸ਼ੁਰੂ ਹੋਇਆ, ਤੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਜਿੰਨੇ ਵੀ ਜਿਹੜੇ ਧਾਰਮਿਕ ਸਥਾਨਾਂ ਦੇ ਮਾਡਲ ਨੇ, ਇਹ ਮੇਰੇ ਲਈ ਨਹੀਂ, ਸਮੁੱਚੇ ਸਿੱਖ ਪੰਥ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਉਹ ਸਾਰੇ ਦੇ ਸਾਰੇ ਤਕਰੀਬਨ ਕਾਫੀ ਸਾਰੇ ਜਿਹੜੇ ਮਾਡਲ ਹੈ ਉਹਨਾਂ ਚੋਂ ਵਰਲਡ ਰਿਕਾਰਡ ਦੇ ਵਿੱਚ ਦਰਜ ਹੈ, ਨੈਸ਼ਨਲ ਰਿਕਾਰਡਸ ਬੁੱਕਾਂ ਦੇ ਵਿੱਚ ਦਰਜ ਹੈ, ਤੇ 17 ਦੇ ਕਰੀਬ ਵਰਲਡ ਰਿਕਾਰਡ ਨੇ ਤੇ 7 ਨੈਸ਼ਨਲ ਰਿਕਾਰਡ ਨੇ। ਹੋਰ ਵੀ ਵਿਸ਼ਵ ਪ੍ਰਸਿੱਧ ਜਿਹੜੀਆਂ ਬੁੱਕਾਂ ਨੇ ਜਾਂ ਸੰਸਥਾਵਾਂ ਨੇ, ਉਹਨਾਂ ਵੱਲੋਂ ਮਾਨ ਸਤਿਕਾਰ ਮਿਲਦਾ ਰਹਿੰਦਾ। ਤਾਂ ਆਉਣ ਵਾਲੇ ਮੈਂ ਪੁੱਛਣਾ ਚਾਹੂੰਗਾ ਭਵਿੱਖ ਦੇ ਵਿੱਚ, ਕਿਉਂਕਿ ਇਹ ਹੁੰਦਾ ਹਰ ਇੱਕ ਦਾ ਟੀਚਾ ਹੁੰਦਾ, ਕਿਸੇ ਕਵੀ ਦਾ ਵੀ ਟੀਚਾ ਹੁੰਦਾ, ਕਿਸੇ ਚਿੱਤਰਕਾਰ ਦਾ ਵੀ, ਕਿ ਹਾਂ ਮੈਂ ਐਦਾਂ ਦੀ ਪੇਂਟਿੰਗ ਬਣਾਉਂਗਾ। ਕੋਈ ਰੋਲ ਮਾਡਲ ਵੀ ਹੁੰਦਾ ਸਾਡਾ, ਕਦੇ ਦਿਲ ਦੇ ਵਿੱਚ ਆਉਂਦਾ ਕਿ ਜਿਸ ਤਰੀਕੇ ਨਾਲ ਕਦੇ ਆਇਆ ਭਵਿੱਖ ਦੇ ਵਿੱਚ ਮੈਂ ਆਹ ਕੰਮ ਕਰੂੰਗਾ, ਆਹ ਮਾਡਲ ਬਣਾਉਂਗਾ, ਕਦੇ ਇੱਦਾਂ ਆਇਆ ਦਿਲ 'ਚ? ਬਿਲਕੁਲ ਜੀ, ਬਹੁਤ ਸਾਰੀਆਂ ਰੀਝਾਂ ਸੀਗੀਆਂ ਤੇ ਗੁਰੂ ਰਾਮਦਾਸ ਪਾਤਸ਼ਾਹ ਨੇ ਸਾਰੀਆਂ ਹੀ ਪੂਰੀਆਂ ਕੀਤੀਆਂ। ਆਪ ਜੀ ਨੂੰ ਮੈਂ ਦੱਸਾਂ, ਪਿੱਛੇ ਜੇ ਇੱਕ ਮਾਡਲ ਮੈਂ ਤਿਆਰ ਕੀਤਾ ਸੀਗਾ ਸ੍ਰੀ ਦਰਬਾਰ ਸਾਹਿਬ ਜੀ ਦਾ, ਜਿਸ ਵੇਲੇ ਇਮਾਰਤ ਤਿਆਰ ਕਰਵਾਈ ਸੀ ਗੁਰੂ ਸਾਹਿਬਾਂ ਜੀ ਨੇ, ਜਿਸ ਵੇਲੇ ਪਰਿਕਰਮਾ ਵੀ ਕੱਚੀ ਸੀ, ਇਮਾਰਤ ਵੀ ਅਜੇ ਸੋਨਾ ਦੀ ਸੇਵਾ ਨਹੀਂ ਹੋਈ ਸੀ ਸ੍ਰੀ ਦਰਬਾਰ ਸਾਹਿਬ, ਉਹ ਵੀ ਮਾਡਲ ਮਨ ਦੀ ਤਾਂਘ ਸੀ, ਦਿਲ ਦੀ ਰੀਝ ਸੀਗੀ, ਉਹ ਵੀ ਪੂਰੀ ਹੋਈ। ਮੈਂ ਕੈਨੇਡਾ ਗਿਆ ਸੀ 2018 ਦੇ ਵਿੱਚ, ਉੱਥੋਂ ਇੱਕ ਮਿਊਜ਼ੀਅਮ ਦੇ ਵਿੱਚ ਮੈਨੂੰ ਬੁੱਕ ਮਿਲੀ ਸੀ ਕਿਸੇ ਅੰਗਰੇਜ਼ ਦੀ, ਉਹ ਇੰਡੀਆ ਵਿਜ਼ਿਟ ਕਰਕੇ ਗਏ ਹੋਣੇ ਬੜੇ 100 ਸਾਲ ਪਹਿਲਾਂ। ਉਸ ਟਾਈਮ ਉਹਨਾਂ ਨੇ ਸਾਰੀਆਂ ਚਿੱਤਰਕਾਰੀਆਂ ਦੇ ਥਰੂ ਜਾਂ ਫੋਟੋਗ੍ਰਾਫੀ ਦੇ ਥਰੂ, ਜਿਹੜੇ ਪੁਰਾਤਨ ਕੈਮਰੇ ਸੀ ਉਹਨਾਂ ਕੋਲ ਫੋਟੋਗ੍ਰਾਫੀਆਂ ਮੈਨੂੰ ਮਿਲੀਆਂ, ਤੇ ਉਹ ਤਾਂ ਫਿਰ ਮੈਂ ਉਹ ਮਾਡਲ ਬਣਾਇਆ। ਲੇਕਿਨ ਹੁਣ ਜੋ ਆਪ ਜੀ ਪੁੱਛ ਰਹੇ ਹੋ ਕਿ ਦਿਲ ਦੀ ਇੱਕ ਰੀਝ ਕੀ ਹੈ, ਦਿਲ ਦੀ ਰੀਝ ਇਹ ਹੈ ਵੀ ਸਾਡੀ ਕੌਮ ਲਈ ਇੱਕ ਸਟੱਡੀ ਸੈਂਟਰ ਬਣ ਕੇ ਉਭਰੇ, ਐਸਾ ਇੱਕ ਮੈਂ ਇੱਕ ਮਿਊਜ਼ੀਅਮ ਚਾਹੁੰਦਾ, ਚਾਹੇ ਉਹ ਇੰਡੀਆ 'ਚ ਬਣੇ, ਚਾਹੇ ਦੇਸ਼ ਦੇ ਵਿੱਚ ਸੰਗਤਾਂ ਅਗਰ ਆਪ ਜੀ ਦੇ ਚੈਨਲ ਪ੍ਰੋ ਪੰਜਾਬ ਰਾਹੀਂ ਅਗਰ ਸੁਣ ਰਹੇ ਹੋਣਗੇ, ਕਿਤੇ ਵੀ ਸੰਗਤਾਂ ਹੁਕਮ ਲਾਉਣੀਆਂ ਤੇ ਆਪਾਂ ਬਣਾਉਣਾ ਚਾਹਾਂਗੇ, ਜਿੱਥੇ ਨਾਲ ਗੁਰੂ ਸਾਹਿਬਾਂ ਦੀਆਂ ਇਮਾਰਤਾਂ ਦੇ ਮਾਡਲ ਪਏ ਹੋਣਗੇ, 10 ਪਾਤਸ਼ਾਹੀਆਂ ਦੇ ਜਨਮ ਸਥਾਨ, 5 ਤਖਤ ਸਾਹਿਬਾਨਾਂ ਦੇ ਅਤੇ ਪਾਕਿਸਤਾਨ ਦੇ ਵਿਛੜੇ ਗੁਰਧਾਮਾਂ ਦੇ ਅਤੇ ਹੋਰ ਅਨੇਕਾਂ ਮਾਡਲ, ਉਹਨਾਂ ਨਾਲ ਇਤਿਹਾਸ ਵੀ ਪਿਆ ਹੋਊਗਾ। ਤੇ ਅਗਰ ਉਹ ਕਿਤੇ ਬਣ ਸਕੇ ਤਾਂ ਦੁਨੀਆ ਦਾ ਪਹਿਲਾ ਅਜਾਇਬ ਘਰ ਹੋਊਗਾ, ਕਿਉਂਕਿ ਦੁਨੀਆ 'ਚ ਅੱਜ ਤੱਕ ਇਸ ਤਰ੍ਹਾਂ ਦਾ ਕੋਈ ਮਿਊਜ਼ੀਅਮ ਨਹੀਂ ਹੈ। ਗੁਰਪ੍ਰੀਤ ਜੀ, ਜਿਸ ਤਰੀਕੇ ਦੇ ਨਾਲ ਤੁਸੀਂ ਕਿਹਾ ਕਿ ਵਰਲਡ ਰਿਕਾਰਡ ਤਾਂ ਬਣੇ ਹੋਏ ਨੇ, ਨੈਸ਼ਨਲ ਰਿਕਾਰਡਸ ਵੀ ਬਣੇ ਹੋਏ ਨੇ, ਪਰ ਜਿਸ ਤਰੀਕੇ ਨਾਲ ਤੁਸੀਂ ਕੌਮ ਦੇ ਲਈ ਸੇਵਾ ਕਰ ਰਹੇ ਹੋ, ਜੋ ਕੌਮੀ ਕਹਿ ਲਈਏ ਪੰਥਕ ਜਥੇਬੰਦੀਆਂ ਨੇ, ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜਾਂ ਹੋਰ ਜਥੇਬੰਦੀਆਂ ਨੇ, ਕਦੇ ਉਹਨਾਂ ਵੱਲੋਂ ਵੀ ਅਪਰੋਚ ਕੀਤੀ ਗਈ ਤੁਹਾਡੇ ਤੱਕ? ਇਹ
ਇੱਥੋਂ ਦੀਆਂ ਜਥੇਬੰਦੀਆਂ ਦੀ ਗੱਲ ਕਰਾਂ ਤਾਂ ਬਹੁਤ ਘੱਟ ਗਿਣਤੀ ਦੇ ਵਿੱਚ, ਕੀ ਘੱਟ ਉਹਨਾਂ ਹੀ ਇਹੋ ਨੂੰ ਜਿਹਾ ਕੀ ਚਾਂਸ ਪਤਾ ਹੋਇਆ। ਨਹੀਂ ਉਹਨਾਂ ਨੂੰ, ਜਾਂ ਕੀ ਕਾਰਨ ਰਹੇ? ਪਤਾ ਸਭ ਕੁਝ ਹੈ ਜੀ, ਇਹਨਾਂ ਦੇ ਅਦਾਰਿਆਂ ਨਾਲ ਬਹੁਤ ਵਾਰੀ ਮੇਲ ਵੀ ਹੋਇਆ ਮੇਰਾ। ਇੱਥੋਂ ਦੇ ਜਿਹੜੇ ਸਾਬਕਾ ਜਿਹੜੇ ਜਥੇਦਾਰ ਸਾਹਿਬ ਸੀ ਗਿਆਨੀ ਗੁਰਬਚਨ ਸਿੰਘ, ਉਹਨਾਂ ਨਾਲ ਵੀ ਬਹੁਤ ਵਾਰੀ ਮੇਲ ਹੋਇਆ। ਗਿਆਨੀ ਹਰਪ੍ਰੀਤ ਸਿੰਘ ਜੀ ਜਿਹੜੇ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਨੇ, ਇਹਨਾਂ ਨਾਲ ਵੀ ਇਹਨਾਂ ਨੇ ਸਪੈਸ਼ਲ ਕਿਸੇ ਦੇ ਥਰੂ ਬੁਲਵਾਇਆ ਸੀਗਾ, ਉਦੋਂ ਹੀ ਮੈਂ ਜਾ ਕੇ ਬੈਠਾ ਸੀ। ਲੇਕਿਨ ਪਤਾ ਨਹੀਂ ਕਿਉਂ ਸਾਡੀ ਕੌਮ ਦੇ ਵਿੱਚ ਆਪਸੀ ਹੋਰ ਰੰਜਿਸ਼ਾਂ ਜਾਂ ਆਪਸੀ ਹੋਰ ਮੁੱਦੇ ਨਹੀਂ ਸੁਲਝੀ ਜਾਂਦੇ। ਮੈਂ ਇਹ ਗੱਲ ਕਹਿਣਾ ਚਾਹੁੰਦਾ ਆਪ ਜੀ ਦੇ ਚੈਨਲ ਦੇ ਥਰੂ, ਸਮਾਜ ਦੇ ਵਿੱਚ ਕੋਈ ਵੀ ਇਨਸਾਨ ਹੈ, ਚਾਹੇ ਉਹ ਚੰਗਾ ਯੋਗਦਾਨ ਪਾ ਰਿਹਾ, ਆਪ ਜੀ ਜਿਵੇਂ ਕਹਿ ਰਹੇ ਕੋਈ ਕਵੀ ਹੈ, ਚੰਗਾ ਇਤਿਹਾਸਕਾਰ ਹੈ, ਚੰਗਾ ਲਿਖਾਰੀ ਹੈ, ਚੰਗਾ ਪੇਂਟਰ ਹੈ, ਆਪਣੀ ਕਲਾ ਦੇ ਨਾਲ ਸਮਾਜ ਨੂੰ, ਆਪਣੇ ਕੌਮ ਨੂੰ ਚੰਗੀ ਸੇਧ ਦੇ ਰਿਹਾ, ਇਤਿਹਾਸ ਸਾਹਮਣੇ ਲੈ ਕੇ ਆ ਰਿਹਾ। ਇਸ ਤਰ੍ਹਾਂ ਦੇ ਚੰਗੇ ਕਾਰਜ ਕਰਨ ਵਾਲਿਆਂ ਨੂੰ ਸ਼੍ਰੋਮਣੀ ਕਮੇਟੀ ਅਤੇ ਹੋਰ ਮੁੱਖ ਅਦਾਰੇ ਜਿਹੜੇ, ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹਨਾਂ ਸਿੰਘਾਂ ਨੂੰ ਅੱਗੇ ਲੈ ਕੇ ਆਉਣਾ। ਜਿੱਥੇ ਅਸੀਂ ਹਰ ਮਹੀਨੇ ਦਾਅਵਾ ਕਰਦੇ ਹਾਂ ਵੀ ਇੰਨੇ ਕਰੋੜ ਰੁਪਏ ਦਾ, ਇੰਨੇ ਸੌ ਹਜ਼ਾਰ ਕਰੋੜ ਦਾ ਸਾਡਾ ਸਾਲਾਨਾ ਬਜਟ ਹੈ, ਅਸੀਂ ਸਿੱਖ ਪ੍ਰਚਾਰ ਲਈ ਲਾ ਰਹੇ ਹਾਂ, ਤੇ ਜਿਹੜੇ ਕਰ ਰਹੇ ਆ ਪ੍ਰਚਾਰ, ਉਹਨਾਂ ਦੀ ਦੇਖਭਾਲ ਕਰਨੀ ਨਹੀਂ। ਇਹ ਵੀ ਇੱਕ ਪ੍ਰਚਾਰ ਹੈ। ਹਾਂਜੀ, ਇਹ ਵੀ ਪ੍ਰਚਾਰ ਹੈ। ਇਹਦੇ ਨਾਲ ਨਾਲ ਹੋਰ ਵੀ ਚੰਗੇ ਜਿਹੜੇ ਕੰਮ ਕਰ ਰਹੇ ਆ ਪੰਜਾਬ ਦੇ ਵਿੱਚ, ਚੰਗਾ ਯੋਗਦਾਨ ਪਾ ਰਹੇ, ਉਹਨਾਂ ਸਾਰਿਆਂ ਨੂੰ ਦੇਖ ਰੇਖ ਇਹਨਾਂ ਦੀ ਬਣਦੀ ਸੀ। ਲੇਕਿਨ ਹਜੇ ਤਾਈਂ ਮਿਲੇ ਸਾਰੇ ਹੈ, ਮੈਂ ਵੀ ਖੁਦ ਮਿਲ ਕੇ ਆਇਆ, ਲੇਕਿਨ ਇਹਨਾਂ ਦੀ ਸ਼ਾਇਦ ਪਤਾ ਨਹੀਂ ਨਜ਼ਰੋਂ ਕਿਉਂ ਦੂਰ ਹੈ। ਵਿਦੇਸ਼ ਦੀਆਂ ਸੰਗਤਾਂ ਜਾਂ ਵਿਦੇਸ਼ੀ ਸੰਗਤਾਂ ਦੇ ਵਿੱਚ ਕਿੰਨਾ ਕੁ ਜਿਹੜਾ ਹੁੰਗਾਰਾ ਤੁਹਾਨੂੰ ਲੈ ਕੇ, ਤੁਹਾਡੇ ਮਾਡਲਸ ਨੂੰ ਲੈ ਕੇ? ਬਿਲਕੁਲ ਜੀ, ਇੱਥੋਂ ਨਾਲੋਂ ਕਾਫੀ ਉਲਟ ਹੁੰਦਾ ਕੰਮ। ਇੱਥੇ ਨਾਲ ਮਿਲਦੇ ਆ ਤੇ ਠੀਕ ਠਾਕ ਹੁੰਦਾ, ਲੇਕਿਨ ਬਾਹਰ ਜਿਵੇਂ ਸਿੰਗਾਪੁਰ ਮੈਂ ਜਾਣਾ, ਉੱਥੇ ਨਾਮਰਸ ਕੀਰਤਨ ਦਰਬਾਰ ਹੁੰਦਾ, ਬਹੁਤ ਵੱਡੇ ਪੱਧਰ ਤੇ ਇੰਟਰਨੈਸ਼ਨਲ ਸਮਾਗਮ ਹੁੰਦਾ। ਉਹ ਬਹੁਤ ਵੱਡੇ ਪੱਧਰ ਤੇ ਅਦਬ ਸਤਿਕਾਰ, ਪਿਆਰ ਬਖਸ਼ਦੇ ਆ, ਅਵਾਰਡ ਦਿੱਤੇ ਜਾਂਦੇ ਆ, ਸਨਮਾਨ ਦਿੱਤੇ ਜਾਂਦੇ। ਮੈਨੂੰ ਨਹੀਂ, ਇਸ ਕਲਾ ਨੂੰ, ਜਿਹੜੀ ਕਿ ਵਿਲੱਖਣ ਜੋ ਕਲਾ ਹੈ ਗੁਰੂ ਰਾਮਦਾਸ ਪਾਤਸ਼ਾਹ ਨੇ ਬਖਸ਼ੀ ਹੈ। ਮੈਂ ਪੁੱਛਣਾ ਚਾਹੂੰ, ਪਹਿਲਾ ਮਾਡਲ ਕਦੋਂ ਬਣਾਇਆ ਸੀਗਾ? ਪਹਿਲਾ ਸੰਨ 2000 ਦੇ ਵਿੱਚ ਬਣਾਇਆ ਸੀ, ਆਪਣੇ ਘਰ ਦਾ ਜਿਹੜਾ ਕਿ ਕੱਚਾ ਘਰ ਸੀਗਾ, ਕੱਚੀ ਇੱਟਾਂ ਨਾਲ ਬਣਿਆ। ਕਦੇ ਸਿੱਖਿਆ ਵੀ ਆ ਕਿਸੇ ਤੋਂ? ਜਾਂ ਇਹ ਜਿਵੇਂ ਕਹਿੰਦੇ ਨਾ, ਕੁਛ ਚੀਜ਼ਾਂ ਹੁੰਦੀਆਂ ਅੰਦਰੋਂ ਹੀ ਚਸ਼ਮਾ ਫੁੱਟਦਾ। ਇਹ ਮਹਾਰਾਜ ਨੇ ਕੋਈ ਅੰਦਰੋਂ ਇੱਕ ਦਾਤ ਇਹੋ ਜਿਹੀ ਉਤਪੰਨ ਕੀਤੀ ਕਿ ਜਿਹੜੀ ਕਿ ਅੱਜ ਤਾਈਂ ਉਹ ਕਹਿੰਦੇ ਨਾ, ਅੰਮ੍ਰਿਤ ਰੂਪੀ ਜਲ ਜਿਹੜਾ ਹੈਗਾ ਕਲਾ ਦਾ, ਉਹ ਅੱਜ ਤਾਈਂ ਛਕ ਰਹੇ। ਤੇ ਗੁਰੂ ਰਾਮਦਾਸ ਪਾਤਸ਼ਾਹ ਅੱਗੇ ਇਹੀ ਅਰਦਾਸ ਹੈ ਕਿ ਇਸ ਤਰ੍ਹਾਂ ਦੀ ਕਲਾ ਨਾਲ ਜੋੜ ਕੇ ਰੱਖਿਓ, ਤਾਂ ਕਿ ਜਿੱਥੇ ਆਪਣੀ ਕਲਾ ਦੇ ਨਾਲ ਕਿਰਤ ਕਰਕੇ ਆਪਣਾ ਪਰਿਵਾਰ ਪਾਲ ਰਹੇ, ਉਹਦੇ ਨਾਲ ਹੀ ਦੇਸ਼ ਦੁਨੀਆ ਦੀਆਂ ਸੰਗਤਾਂ ਇਤਿਹਾਸ ਜਾਣ ਕੇ ਨਿਹਾਲ ਹੁੰਦੀਆਂ। ਮੈਂ ਇਹ ਵੀ ਪੁੱਛਣਾ ਚਾਹੂੰ, ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਵਿਦੇਸ਼ੀ ਸੰਗਤਾਂ ਨੇ ਮਾਡਲਸ ਕਿਹਾ ਕਿ ਸਾਨੂੰ ਵੀ ਬਣਾ ਕੇ ਦਿਓ, ਕੀ ਭੇਟਾ ਹੁੰਦੀ ਆ ਫਿਰ ਉਹਦੀ? ਇਹ ਵੀ ਮੈਂ ਪੁੱਛਣਾ ਚਾਹੂੰਗਾ। ਉਹ ਐਜ ਪਰ ਡਿਮਾਂਡ ਹੁੰਦੀ ਕਿ ਕਈ ਵਾਰੀ ਹੁੰਦਾ ਕਿ ਨਗਰ ਕੀਰਤਨ ਵਾਲੀ ਸੰਗਤਾਂ ਕਹਿੰਦੀਆਂ ਵੀ ਸਾਨੂੰ ਵੱਡੇ ਸਾਈਜ਼ ਦਾ ਮਾਡਲ ਚਾਹੀਦਾ। ਜਿਵੇਂ ਮੈਂ ਇੱਥੇ ਪੰਜਾਬ ਦੇ ਕਾਫੀ ਮੋਲਾਂ 'ਚ ਬਣਾ ਕੇ ਦਿੱਤੇ, ਸ੍ਰੀ ਕਰਤਾਰਪੁਰ ਸਾਹਿਬ ਦੇ, ਜਿਸ ਵੇਲੇ ਲਾਂਘਾ ਖੁੱਲਿਆ ਸੀ, ਚੰਡੀਗੜ੍ਹ ਦੇ ਮਾਲ ਦੇ ਵਿੱਚ ਐਲਾਂਟੇ 'ਚ ਵੀ ਬਣਾਇਆ ਸੀਗਾ ਸ੍ਰੀ ਕਰਤਾਰਪੁਰ ਸਾਹਿਬ ਦਾ 8 ਫੁੱਟ ਦਾ ਮਾਡਲ। ਅੰਮ੍ਰਿਤਸਰ 'ਚ ਵੀ ਬਣਾਇਆ ਸੀ, 에ਅਰਪੋਰਟ ਤੇ ਮੇਰੇ ਬਣਾਏ ਮਾਡਲ ਲੱਗੇ ਨੇ, ਤੇ ਅੰਮ੍ਰਿਤਸਰ 에ਅਰਪੋਰਟ ਤੇ ਵੀ, ਤੇ ਹੋਰ ਵਰਲਡ ਦੇ ਕਾਫੀ ਸਾਰੇ ਮਿਊਜ਼ੀਅਮ, ਜਿਵੇਂ ਆਸਟ੍ਰੇਲੀਆ ਦੇ ਮਿਊਜ਼ੀਅਮ 'ਚ, ਫਰਾਂਸ 'ਚ, ਇੰਗਲੈਂਡ 'ਚ, ਸਿੰਗਾਪੁਰ, ਮਲੇਸ਼ੀਆ 'ਚ ਬਹੁਤ ਸਾਰੇ ਪਏ ਆ। ਤੇ ਐਜ ਪਰ ਡਿਮਾਂਡ ਜਿੰਨੀ ਵੀ ਹੋ ਸਾਈਜ਼ ਦੀ ਹੋਵੇ, ਫਿਰ ਉਸ ਹਿਸਾਬ ਨਾਲ ਭੇਟਾ ਦੱਸ ਦਿੱਤੀ, ਲੇਕਿਨ ਉਨੀ ਕੁ ਦੱਸੀ ਦੀ ਹੈ ਜਿਸ ਨਾਲ ਕੌਮ ਦੀ ਸੇਵਾ ਵੀ ਹੋ ਜਾਏ ਤੇ ਮੇਰਾ ਪਰਿਵਾਰ ਵੀ ਪਲ ਜਾਏ। ਨਿੱਜੀ ਕਿੱਤਾ ਵੈਸੇ ਤੁਹਾਡਾ ਕੀ ਹੈ? ਨਿੱਜੀ ਕਿੱਤਾ ਇਹੀ ਹੈ ਕਿ ਇਸ ਤਰ੍ਹਾਂ ਦੇ ਮਾਡਲ ਬਣਾਈਦੇ ਆ, ਤੇ ਵਰਲਡ ਵਾਈਡ ਜਿੱਥੇ ਵੀ ਸੰਗਤਾਂ ਹੁਕਮ ਕਰਦੀਆਂ ਤੇ ਮਾਡਲ ਬਣਾ ਕੇ ਦੇਈਦੇ ਨੇ। ਕੁਝ ਆਰਕੀਟੈਕਚਰਲ ਮਾਡਲ ਬਣਾਈਦੇ ਨੇ। ਉਹ ਤੋਂ ਇਲਾਵਾ ਪੰਜਾਬ ਦੇ ਕਾਫੀ ਸਾਰੇ ਜੋ ਸ਼ਾਪਿੰਗ ਮਾਲਸ ਨੇ, ਉੱਥੇ ਐਜ ਏ ਕ੍ਰੀਏਟਿਵ ਡਾਇਰੈਕਸ਼ਨ, ਜਿੰਨੀ ਵੀ ਉੱਥੇ ਸ਼ਾਪਿੰਗ ਮਾਲਾਂ ਦੇ ਵਿੱਚ ਡੈਕੋਰੇਸ਼ਨ ਹੁੰਦੀ ਹੈ ਇਵੈਂਟਸ ਵਗੈਰਾ ਤੇ, ਉਹ ਵੀ ਮੈਂ ਕਰਵਾਉਣਾ। ਗੁਰੂ ਮਹਾਰਾਜ ਦੀ ਕਿਰਪਾ ਨਾਲ ਚੱਲੀ ਹੁੰਦਾ। ਆਖਰੀ ਸਵਾਲ ਹੈ ਜੀ ਮੇਰਾ, ਕੋਈ ਵਿਦਿਆਰਥੀ ਵੀ ਹੈਗੇ ਨੇ ਤੁਹਾਡੇ, ਸਿਖਾਉਂਦੇ ਵੀ ਹੋ ਬੱਚਿਆਂ ਨੂੰ? ਜਾਂ ਕਿਉਂਕਿ ਜ਼ਿਆਦਾਤਰ ਮੈਂ ਦੇਖਿਆ ਇੱਦਾਂ ਜੋ ਚਾਹੇ ਚਿੱਤਰਕਲਾ ਨਾਲ ਜੋ ਰਿਲੇਟਡ ਆਰਟਿਸਟ ਹੁੰਦੇ ਨੇ, ਚਿੱਤਰਕਾਰ ਹੁੰਦੇ ਨੇ, ਜੋ ਉਹ ਸਿਖਾਉਂਦੇ ਨੇ ਕਈ ਵਾਰ। ਤੁਸੀਂ ਸਿਖਾਉਂਦੇ ਹੋ ਕਲਾਸਾਂ? ਬਿਲਕੁਲ ਜੀ, ਪਿਛਲੇ 4-5 ਸਾਲਾਂ ਤੋਂ ਤਾਂ ਮਹਾਰਾਜ ਦੀ ਕਿਰਪਾ ਨਾਲ ਇਹੋ ਜਿਹਾ ਸਮਾਂ ਬਣਿਆ ਹੋਇਆ ਸੀ ਕਿ ਸਾਲ 'ਚ 5-5 4-4 ਕੰਟਰੀਆਂ, 6-6 ਕੰਟਰੀਆਂ ਦੇ ਵਿੱਚ ਟੂਰ ਰਹਿੰਦੇ ਸੀ। ਕਦੇ ਇੱਧਰੋਂ ਆਏ, ਉਸ ਕੰਟਰੀ ਚਲੇ ਗਏ, ਉੱਧਰ ਚਲੇ ਗਏ। ਸਮਾਂ ਬਹੁਤ ਘੱਟ ਹੁੰਦਾ ਸੀ, ਲੇਕਿਨ ਜਦੋਂ ਵੀ ਸਮਾਂ ਹੁੰਦਾ, ਮੇਰੇ ਕਾਫੀ ਸਾਰੇ ਸਟੂਡੈਂਟਸ ਹੈਗੇ ਨੇ ਜਿਨ੍ਹਾਂ ਨੂੰ ਇਹ ਕਲਾ ਮੈਂ ਸਿਖਾਈ ਵੀ ਹੈ। ਅਗਰ ਕੋਈ ਸਿੱਖਣਾ ਚਾਹੇਗਾ ਵੀ ਤੇ ਮੇਰੇ ਨਾਲ ਸੰਪਰਕ ਕਰਕੇ ਤੇ ਗੱਲਬਾਤ ਕਰੇਗਾ ਤੇ ਆਪਾਂ ਜ਼ਰੂਰ ਸਿਖਾਵਾਂਗੇ ਵੀ। ਤਾਂ ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਜੀ ਸਾਡੇ ਨਾਲ ਜੁੜਨ ਦੇ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਇਹ ਸੀਗੇ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ, ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦਾ ਉਹ ਮਾਡਲ ਬਣਾਇਆ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਭਾਰਤੀ ਫੌਜਾਂ ਦੇ ਵੱਲੋਂ ਹਮਲਾ ਕੀਤਾ ਗਿਆ ਸੀ। ਜੂਨ 84 ਦੇ ਵਿੱਚ ਸਿੱਖਾਂ ਦੇ ਹਿਰਦੇ ਬਲੂੰਦਰੇ ਗਏ ਸੀ, ਤੇ ਅੱਜ ਤੱਕ ਉਹ ਨਸੂਰ ਜੋ ਹੈ ਉਹ ਅੱਜ ਤੱਕ ਉਹ ਨਸੂਰ ਰਿਸ ਰਿਹਾ, ਤੇ ਜ਼ਖਮ ਅੱਲੇ ਨੇ। ਤੇ ਜ਼ਖਮ ਤੁਸੀਂ ਮੇਰੇ ਨਾਲ ਇਸ ਮਾਡਲ ਦੇ ਵਿੱਚ ਵੀ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਮਾਡਲ ਬਣਾਇਆ ਗਿਆ। ਕਿ ਹੈ ਇਹਨਾਂ ਦਾ ਕਹਿਣਾ ਹੈ ਕਿ ਬੜੇ ਮਾਡਲ ਜਿਹੜੇ ਮੈਂ ਬਣਾਏ ਆ ਗੁਰੂ ਧਾਮਾਂ ਦੇ, ਬੜੇ ਚਾਅ ਨਾਲ ਬਣਾਏ ਨੇ,
ਕਿ ਗੁਰੂ ਘਰ ਦਾ ਮਾਡਲ ਬਣਾ ਰਿਹਾ, ਪਰ ਇਹ ਇੱਕ ਦਰਦ ਦੇ ਨਾਲ ਬਣਾਇਆ, ਇਹ ਇੱਕ ਭਾਵਨਾ ਦੇ ਨਾਲ ਬਣਾਇਆ ਤੇ ਅੰਦਰੋਂ ਟੁੱਟਿਆ ਹੋਇਆ ਮੈਂ ਅੰਦਰੋਂ ਰੋ ਰਿਹਾ ਸੀ, ਕਿਉਂਕਿ ਢਹਿ ਢੇਰੀ ਅਕਾਲ ਤਖਤ ਸਾਹਿਬ ਦਾ ਮਾਡਲ ਬਣਾਉਣਾ ਸੀ ਮੇਰੇ ਲਈ ਸੌਖਾ ਨਹੀਂ ਸੀ। ਮੈਂ ਬਹੁਤ ਭਾਵ ਪੂਰਨ ਸੀ ਤੇ ਮੈਂ ਬਹੁਤ ਭਾਵੁਕ ਹੋ ਗਿਆ ਸੀ ਜਦੋਂ ਇਹ ਮਾਡਲ ਬਣਾ ਰਿਹਾ ਸੀ, ਤੇ ਅਸੀਂ ਦੇਖ ਕੇ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਭਾਵੁਕ ਹੋ ਗਏ, ਕਿਉਂਕਿ ਹਰ ਜਿਸ ਤਰੀਕੇ ਦੇ ਨਾਲ ਕੋਈ ਝੁਕਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ, ਝੁਕਦਾ ਸਿੱਖ ਝੁਕਦਾ, ਤਾਂ ਅਕਾਲ ਤਖਤ ਸਾਹਿਬ ਸਿੱਖਾਂ ਦੀ ਆਜ਼ਾਦ ਪ੍ਰਭੂ ਸੱਤਾ ਦਾ ਪ੍ਰਤੀਕ ਆ, ਤੇ ਇਸ ਢਹਿ ਢੇਰੀ ਅਕਾਲ ਤਖਤ ਸਾਹਿਬ ਨੂੰ ਬਣਾਉਂਦਿਆਂ ਇਹ ਭਾਵੁਕ ਹੋ ਗਏ ਸੀ। ਤੇ ਹੋਰ ਵੀ ਜਿਹੜੀਆਂ ਕੌਮ ਦੇ ਨਾਂ ਸੇਵਾਵਾਂ ਇਹ ਕਰ ਰਹੇ ਨੇ, ਤੇ ਕਹਿੰਦੇ ਮੈਂ ਅੱਗੇ ਭਵਿੱਖ ਦੇ ਵਿੱਚ ਇੱਕ ਮਿਊਜ਼ੀਅਮ ਬਣਾਉਣਾ ਚਾਹੁੰਦਾ ਜਿੱਥੇ ਇਹ ਮਾਡਲਸ ਪਏ ਹੋਣ, ਤੇ ਦੁਨੀਆ ਦਾ ਪਹਿਲਾ ਮਿਊਜ਼ੀਅਮ ਹੋਊਗਾ ਜਿੱਥੇ ਸਿੱਖ ਗੁਰੂ ਧਾਮਾਂ ਦੇ ਇਹ ਮਾਡਲਸ ਪਏ ਹੋਣਗੇ। ਕੈਮਰਾਮੈਨ ਸ਼ਮਸ਼ੀਰ ਸਿੰਘ ਦੇ ਨਾਲ ਮੈਂ ਸਿਮਰਨਜੀਤ ਸਿੰਘ, ਪ੍ਰੋ ਪੰਜਾਬ ਟੀਵੀ, ਸ੍ਰੀ ਅੰਮ੍ਰਿਤਸਰ ਸਾਹਿਬ।